किश्त 21ਵੀਂ। जद 2-3 दिन DSP ना आया ਤਾਂ ਸਾਨੂੰ ਲੱਗਣ ਲੱਗ ਪਿਆ ਕਿ ਦਾਲ ਵਿੱਚ ਕੁਝ ਕਾਲਾ ਨਹੀਂ ਸਗੋਂ ਸਾਰੀ ਦਾਲ ਹੀ ਕਾਲੀ ਹੈ। ਇਸ ਦਾ ਇੱਕ ਕਾਰਨ ਵੀ ਸੀ। ਵਿਚਕਾਰਲੇ ਦਿਨਾਂ ਵਿੱਚ ਜਦ ਉਸਾਰੀ ਦਾ ਸਾਰਾ ਕੰਮ ਬੰਦ ਸੀ, ਇੱਕ ਰਾਤ ਨੂੰ ਕੁਝ ਅਣਪਛਾਤੇ ਬੰਦੇ ਆਏ ਤੇ ਸਾਡੇ ਉਸ ਸੁੰਨੇ ਪਏ ਘਰ ਉੱਤੇ ਰੋੜੇ ਅਤੇ ਤਲਵਾਰਾਂ ਚਲਾਉਣ ਲੱਗ ਪਏ ਸਨ। ਪਤਾ ਨਹੀਂ ਉਹ ਕਿਸ ਨਸ਼ੇ ਵਿੱਚ ਗੁੱਟ ਸਨ ਕਿ ਖਾਲੀ ਪਏ ਮਕਾਨ ਨੂੰ ਹੀ ਗਾਲਾਂ ਕੱਢ ਕੇ ਸਬਕ ਸਿਖਾਉਣ ਦੀਆਂ ਧਮਕੀਆਂ ਦੇ ਰਹੇ ਸਨ। ਬਾਹਰ ਲੱਗਦੀ ਖਿੜਕੀ ਉਹਨਾਂ ਨੇ ਬੁਰੀ ਤਰ੍ਹਾਂ ਭੰਨ ਦਿੱਤੀ ਸੀ ਤੇ ਸਾਡੀ ਗੈਰ ਹਾਜ਼ਰੀ ਵਿੱਚ ਆਪਣੀ ਬਹਾਦਰੀ ਵਿਖਾ ਕੇ ਰਫੂ ਚੱਕਰ ਹੋ ਗਏ ਸਨ। ਇਸ ਗੱਲ ਦਾ ਸਾਨੂੰ ਸਵੇਰ ਵੇਲੇ ਲੋਕਾਂ ਦੇ ਫੋਨ ਆਉਣ 'ਤੇ ਪਤਾ ਲੱਗਾ ਸੀ। ਸਾਨੂੰ ਹੈਰਾਨੀ ਹੋ ਰਹੀ ਸੀ ਕਿ ਸਾਡੇ 3 ਦੁਸ਼ਮਣ ਤਾਂ ਅੱਖਾਂ ਦੇ ਸਾਹਮਣੇ ਹਨ ਤੇ ਉਹ ਵਾਰ ਵੀ ਸਾਹਮਣੇ ਤੋਂ ਹੀ ਕਰ ਰਹੇ ਹਨ, ਪਰ ਇਹ ਚੌਥਾ ਕਿਹੜਾ ਜੰਮ ਪਿਆ ਹੈ ਜਿਹੜਾ ਸਾਡੀ ਗੈਰ ਮੌਜੂਦਗੀ ਵਿੱਚ ਕਦੇ ਇੱਟਾਂ ਪੁੱਟਣ ਲੱਗ ਜਾਂਦਾ ਹੈ, ਕਦੇ ਧਮਕੀਆਂ ਦਿੰਦਾ ਹੈ ਤੇ ਕਦੇ ਕੰਧਾਂ ਤੇ ਬਾਰੀਆਂ ਨਾਲ ਟੱਕਰਾਂ ਮਾਰ ਕੇ ਚਲਾ ਜਾਂਦਾ ਹੈ। ਫਿਰ ਸਾਨੂੰ ਸ਼ੱਕ ਹੋਈ ਕਿ ਇਹ ਸਾਰਾ ਕੁਝ ਇਹ ਤਿੱਕੜੀ ਹੀ ਕਰਵਾ ਰਹੀ ਹੈ ਤੇ ਵਰਤ ਵੀ ਸਾਹਮਣੇ ਵਾਲੇ ਘਰ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਰਹੀ ਹੈ, ਜਿਨ੍ਹਾਂ ਦੀ ਕੋਈ ਵੀ ਪਹਿਚਾਣ ਨਹੀਂ ਸੀ। ਇਹ ਮਜ਼ਦੂਰ ਰਹਿੰਦੇ ਵੀ ਮਲਕੀਤ ਦੀ ਭੈਣ ਦੇ ਘਰ ਵਿੱਚ ਹੀ ਸਨ। ਇਹਨਾਂ ਪ੍ਰਵਾਸੀਆਂ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ ਤੇ ਉਹਨਾਂ ਦੀ ਵਫਾਦਾਰੀ ਵੀ ਮਲਕੀਤ ਨਾਲ ਸੀ। ਅਸੀਂ ਆਪਣੇ ਸਾਹਮਣੇ ਘਰ ਉੱਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ। ਪਹਿਲੇ ਦਿਨ ਮੈਂ ਲੁੱਕ ਕੇ ਉਹਨਾਂ ਦੀ ਵੀਡੀਓ ਬਣਾਈ। ਜਦ ਮੈਂ ਇਸ ਵੀਡੀਓ ਨੂੰ ਕੰਪਿਊਟਰ 'ਤੇ ਚਲਾ ਕੇ ਵੇਖਿਆ ਤਾਂ ਮੇਰੀਆਂ ਵਾਛਾਂ ਖਿੜ ਗਈਆਂ। ਮੈਂ ਆਪਣੀ ਇਸ ਚੋਰੀ ਬਣਾਈ ਫਿਲਮ ਵਿੱਚ ਤੱਕਿਆ ਕਿ ਇੱਕ ਮੋਟਰਸਾਈਕਲ ਉੱਤੇ 4 ਜਣੇ ਸਵਾਰ ਹੋ ਕੇ ਮਲਕੀਤ ਦੀ ਭੈਣ ਦੇ ਘਰੋਂ ਬਾਹਰ ਨਿਕਲ ਰਹੇ ਸਨ ਤੇ ਉਹ ਲੁੱਡੀਆਂ ਪਾ ਕੇ ਆਪਣੇ ਜਾਣ ਦੇ ਇਸ਼ਾਰੇ ਕਰ ਰਹੇ ਸਨ। ਮੇਰੇ ਲਈ ਇਹ ਕਲਿੱਪ ਬੜਾ ਕੀਮਤੀ ਸੀ ਕਿਉਂਕਿ ਮੈਂ ਆਪਣੇ ਘਰ ਉੱਤੇ ਵਾਰ-ਵਾਰ ਹਮਲੇ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਦੇ ਨੇੜੇ ਤੇੜੇ ਸਾਂ। ਪੁਲਿਸ ਵਾਲੇ ਤਾਂ 3 ਬੰਦਿਆਂ ਨੂੰ ਇੱਕ ਮੋਟਰਸਾਈਕਲ ਉੱਤੇ ਬੈਠੇ ਵੇਖ ਕੇ ਔਖੇ ਭਾਰੇ ਹੋਣ ਲੱਗ ਪੈਂਦੇ ਨੇ, ਪਰ ਇਹ ਤਾਂ ਫਿਰ ਵੀ 4 ਜਣੇ ਸਨ ਤੇ ਉਹ ਵੀ ਇੱਕ ਪੁਲਿਸ ਵਾਲੇ ਦੇ ਘਰ ਵਿੱਚੋਂ ਨਿਕਲ ਰਹੇ ਸਨ। ਮੈਨੂੰ ਪੂਰਾ ਯਕੀਨ ਹੋ ਗਿਆ ਕਿ ਸਾਨੂੰ ਡਰਾਉਣ ਧਮਕਾਉਣ ਲਈ ਇਹਨਾਂ ਮਜ਼ਦੂਰਾਂ ਨੂੰ ਹੀ ਵਰਤਿਆ ਜਾ ਰਿਹਾ ਹੈ, ਹੋਰ ਕੋਈ ਬਾਹਰਲੇ ਬੰਦੇ ਨਹੀਂ ਹਨ। ਕਿਸ਼ਤ 22ਵੀਂ। ਮੈਂ ਝੱਟ ਦੇਣੇ ਇਸ ਦੀ ਇੱਕ CD ਬਣਵਾ ਲਈ ਅਤੇ ਆਪਣੇ ਬਣਦੇ ਥਾਂ ਦੀਆਂ ਤਸਵੀਰਾਂ ਵੀ ਖਿੱਚ ਲਈਆਂ ਤਾਂ ਕਿ DSP ਨੂੰ ਵਿਖਾ ਸਕਾਂ। ਅਸੀਂ ਪੂਰੇ ਘਟਨਾਕ੍ਰਮ ਦੀ ਲਿਖਤੀ ਸ਼ਿਕਾਇਤ, CD ਅਤੇ ਤਸਵੀਰਾਂ ਦੀ ਇੱਕ ਫਾਈਲ ਤਿਆਰ ਕਰ ਲਈ। ਜਦ DSP ਦੇ ਆਉਣ ਦੀ ਪੂਰੀ ਝਾਕ ਮੁੱਕ ਗਈ ਤਾਂ ਚੌਥੇ ਦਿਨ ਮੈਂ ਤੇ ਯਾਦਵਿੰਦਰ ਫਾਈਲ ਚੁੱਕ ਕੇ ਉਸ ਦੇ ਦਫ਼ਤਰ ਜਾ ਪੁੱਜੇ। ਅਸੀਂ ਆਪਣੀ ਪਰਚੀ ਅੰਦਰ ਭੇਜ ਦਿੱਤੀ। ਸਾਡੇ ਤੋਂ ਬਾਅਦ ਵਿੱਚ ਆਉਣ ਵਾਲੇ ਆ ਕੇ DSP ਨੂੰ ਮਿਲ ਕੇ ਵਾਪਸ ਜਾ ਰਹੇ ਸਨ। ਇਹ ਪਹਿਲਾ ਮੌਕਾ ਸੀ ਕਿ ਸਾਨੂੰ ਸਭ ਤੋਂ ਅੰਤ ਵਿੱਚ ਬੁਲਾਇਆ ਗਿਆ ਸੀ। ਮੈਂ ਤੇ ਯਾਦਵਿੰਦਰ ਨੇ ਸਾਰੀ ਕਹਾਣੀ ਫਿਰ ਤੋਂ ਦੱਸਣ ਦੇ ਨਾਲ-ਨਾਲ ਬਣਾਈ ਹੋਈ ਫਾਈਲ ਉਸ DSP ਨੂੰ ਸੌਂਪ ਦਿੱਤੀ। ਸ਼ਿਕਾਇਤਾਂ ਤਾਂ ਕਰੀ ਜਾਂਦੇ ਹੋ, ਮੌਕੇ 'ਤੇ ਪਹੁੰਚਦੇ ਹੀ ਨਹੀਂ। ਪੁਲਿਸ ਕੋਈ ਵਿਹਲੀ ਥੋੜ੍ਹੀ ਹੈ ਜੋ ਤੁਹਾਡੀ ਉਡੀਕ ਕਰੀ ਜਾਵੇ। ਉਹ ਸਾਨੂੰ ਟੁੱਟ ਕੇ ਪੈ ਗਿਆ। ਜਦ ਅਸੀਂ ਸਾਰੀ ਕਹਾਣੀ ਫਿਰ ਤੋਂ ਦੱਸਣ ਲੱਗ ਪਏ ਤਾਂ ਉਸ ਨੇ ਅਣਸੁਣੀ ਜਿਹੀ ਕਰ ਦਿੱਤੀ ਤੇ ਘੰਟੀ ਵਜਾ ਕੇ ਅਰਦਲੀ ਨੂੰ ਅਗਲੇ ਮਿਲਣ ਵਾਲਿਆਂ ਨੂੰ ਆਉਣ ਲਈ ਆਖ ਦਿੱਤਾ। ਸਾਡੇ ਲਈ ਇਹ ਬੜੀ ਵੱਡੀ ਨਮੋਸ਼ੀ ਵਾਲੀ ਗੱਲ ਸੀ ਤੇ ਅਸੀਂ ਬੇਵੱਸ ਜਿਹੇ ਹੋ ਕੇ
ਦਫ਼ਤਰ ਤੋਂ ਬਾਹਰ ਆ ਗਏ। ਮੈਂ ਆਪਣੇ ਅੰਦਰ ਦਾ ਡਰ ਜ਼ਾਹਰ ਕਰਦੇ ਹੋਏ ਭਰਾ ਨੂੰ ਪੁੱਛਿਆ, ਮੈਨੂੰ ਤਾਂ ਇਹ ਵੀ ਵਿਕਿਆ ਹੋਇਆ ਲੱਗਦਾ। ਉਸ ਨੇ ਆਪਣੇ ਤਜਰਬੇ ਮੁਤਾਬਕ ਉੱਤਰ ਦਿੱਤਾ, ਇਹ ਸਾਰਾ ਉਸ ਜਪਨਾਮ ਦਾ ਹੀ ਕਾਰਾ ਹੈ। ਇਹਨਾਂ ਨੂੰ ਦਫ਼ਤਰ ਤੱਕ 100 ਕੰਮ ਪੈਂਦੇ ਰਹਿੰਦੇ ਆ, ਸਿਰਫ ਇਸੇ ਕਰਕੇ ਹੀ ਉਸ ਦੀ ਬੋਲੀ ਬੋਲ ਰਿਹਾ। ਸਾਨੂੰ ਕੁਝ ਵੀ ਸੁੱਝ ਨਹੀਂ ਸੀ ਰਿਹਾ ਤੇ ਅਸੀਂ ਨਿਢਾਲ ਜਿਹੇ ਹੋ ਕੇ ਉਸ ਦਫ਼ਤਰ ਦੇ ਬਾਹਰ ਪਈਆਂ ਕੁਰਸੀਆਂ ਉੱਤੇ ਆਣ ਕੇ ਢੇਰੀ ਹੋ ਗਏ ਤੇ ਅਗਲਾ ਕਦਮ ਪੁੱਟਣ ਦੀ ਸਲਾਹ ਕਰਨ ਲੱਗ ਪਏ। ਇੰਨੇ ਵਿੱਚ ਇੱਕ ਪੁਲਸੀਆ ਸਾਡੇ ਕੋਲ ਆ ਗਿਆ ਤੇ ਪੁੱਛਣ ਲੱਗਾ, ਤੁਸੀਂ ਉਸ ਕੰਧ ਵਾਲੇ ਚੱਕਰ 'ਚ ਸਾਹਿਬ ਨੂੰ ਮਿਲਣ ਆਏ ਸੀ ਨਾ? ਸਾਡੀ ਹਾਂ ਸੁਣ ਕੇ ਉਹ ਉੱਧੜ ਪਿਆ, ਇਹ ਸਾਰੇ ਇੱਕ ਮਿੱਕ ਆ, ਇਹਨਾਂ ਤੋਂ ਇਨਸਾਫ ਦੀ ਆਸ ਨਾ ਰੱਖਿਓ, ਜਾਂ ਤਾਂ ਕੋਈ ਜਨਤਕ ਦਬਾਅ ਪਾਓ, ਜੇ ਵੱਸ ਨਾ ਚੱਲੇ ਤਾਂ 181 ਨੰਬਰ 'ਤੇ ਫੋਨ ਕਰ ਦਿਓ, ਉਸ ਤੋਂ ਬੜਾ ਚੱਲਦਾ ਸਾਡਾ ਮਹਿਕਮਾ। ਸਾਨੂੰ ਜਰਾ ਸ਼ੱਕ ਵੀ ਹੋਈ ਕਿ ਇਹ ਪੁਲਸੀਆ ਸਾਡੀ ਮਦਦ ਕਰਨ ਲਈ ਇੰਨਾ ਤਤਪਰ ਕਿਉਂ ਹੈ। ਸਾਨੂੰ ਲੱਗਾ ਕਿ ਸ਼ਾਇਦ ਉਹ ਸਾਨੂੰ ਜਾਣ ਬੁੱਝ ਕੇ ਗਲਤ ਸਲਾਹ ਦੇ ਰਿਹਾ ਹੈ ਤਾਂ ਜੋ ਸਾਡਾ ਕੇਸ ਅਸਲ ਮਕਸਦ ਤੋਂ ਭਟਕ ਜਾਵੇ। ਸਾਨੂੰ ਹੈਰਾਨੀ ਵੀ ਹੋ ਰਹੀ ਸੀ ਕਿ ਉਹ ਸਾਡੀ ਮਦਦ ਲਈ ਬਿਨ ਬੁਲਾਏ ਅੱਗੇ ਕਿਉਂ ਆ ਗਿਆ ਹੈ। ਫਿਰ ਵੀ ਅਸੀਂ ਉਸ ਨਾਲ ਗੱਲਬਾਤ ਜਾਰੀ ਰੱਖੀ। ਕਿਸ਼ਤ 23ਵੀਂ। ਜਦ ਉਸ ਨੂੰ ਲੱਗਣ ਲੱਗ ਪਿਆ ਕਿ ਅਸੀਂ ਉਸ ਦੀਆਂ ਗੱਲਾਂ 'ਤੇ ਧਿਜ ਗਏ ਹਾਂ ਤਾਂ ਆਖਣ ਲੱਗਾ, ਉਂਝ ਇੰਨਾ ਖਲਜਗਨ ਕਰਨਾ ਆਮ ਬੰਦੇ ਲਈ ਔਖਾ ਹੁੰਦਾ, ਮੁਲਾਜ਼ਮ ਲਈ ਤਾਂ ਉਸ ਤੋਂ ਵੀ ਔਖਾ। ਤੁਸੀਂ ਐਵੇਂ ਚੱਕਰਾਂ 'ਚ ਨਾ ਪਾਓ, ਸਾਹਿਬ ਨੂੰ 2-3 ਥਈਆਂ ਵਿਖਾ ਦਿਓ, ਫਿਰ ਵੇਖਿਓ ਇਹਨੇ ਆਪ ਕੰਧ ਕਢਵਾਉਣ ਤੁਰ ਪੈਣਾ। ਉਂਝ ਸਾਹਿਬ ਕਿਸੇ ਅਣਜਾਣ ਬੰਦੇ ਕੋਲੋਂ ਸਿੱਧੇ ਪੈਸੇ ਨਹੀਂ ਲੈਂਦਾ। ਜੇ ਤੁਸੀਂ ਆਖੋ ਤਾਂ ਮੈਂ ਗੱਲ ਕਰਕੇ ਵੇਖ ਲਵਾਂ, ਸ਼ਾਇਦ ਤੁਹਾਡਾ ਭਲਾ ਮੇਰੇ ਹੱਥੋਂ ਹੋਣਾ ਹੀ ਲਿਖਿਆ ਹੋਵੇ। ਅਸੀਂ ਸਮਝ ਗਏ ਕਿ ਇਹ ਪੁਲਸੀਆ ਇੱਕ ਦਲਾਲ ਹੈ। ਉਹ ਨਹੀਂ ਸੀ ਜਾਣਦਾ ਕਿ ਸਾਡੇ ਖੂਨ ਵਿੱਚ ਵੱਡੀ ਲੈ ਕੇ ਜਾਂ ਦੇ ਕੇ ਕੰਮ ਕਰਾਉਣ ਦਾ ਭੋਰਾ ਵੀ ਮਾਦਾ ਮੌਜੂਦ ਨਹੀਂ ਹੈ। ਅਸੀਂ ਆਪਣੇ ਹੱਕ ਲਈ ਲੜ ਤਾਂ ਸਕਦੇ ਹਾਂ, ਪਰ ਅਸੀਂ ਉਸ ਨੂੰ ਉਧੇੜਨ ਲਈ ਸਵਾਲ ਦਰ ਸਵਾਲ ਕਰਦੇ ਗਏ। ਮੈਂ ਪੁੱਛਿਆ, ਤੇਰੇ ਆਖੇ ਤੋਂ ਸਾਹਿਬ ਮੰਨ ਜੂਗਾ? ਉਹ ਹੱਸਦਾ ਹੋਇਆ ਬੋਲਿਆ, ਸਾਹਿਬ ਨੇ ਮੇਰੇ ਅਰਗੇ ਸਪਾਟੇ ਦੇ ਆਖੇ 'ਤੇ ਥੋੜ੍ਹਾ ਮੰਨਣਾ, ਉਹ ਤਾਂ ਗਾਂਧੀ ਦੇ ਆਖੇ 'ਤੇ ਮੰਨਦਾ। ਯਾਦਵਿੰਦਰ ਨੇ ਪੋਲਾ ਜਿਹਾ ਮੂੰਹ ਬਣਾ ਕੇ ਆਖਿਆ, ਫਿਰ ਤੁਹਾਡੇ ਪੁਲਿਸ ਵਾਲਿਆਂ ਦਾ ਕੀ ਬਣੂ ਜਿਹੜੇ ਇਸ ਮਾਮਲੇ ਵਿੱਚ ਸ਼ਾਮਲ ਹੈ? ਆਪਣੀ ਛਿਦਰੀ ਜਿਹੀ ਦਾੜੀ ਖੁਰਕਦਾ ਹੋਇਆ ਸਪਾਟਾ ਬੋਲਿਆ, ਉਹ ਤਾਂ ਮੁਰਗੀ ਫਸਾ ਕੇ ਦੇਣ ਵਾਲੇ ਸੀ, ਉਹਨਾਂ ਨੇ ਆਪਣਾ ਕੰਮ ਕਰ ਦਿੱਤਾ ਤੇ ਉਹਨਾਂ ਨੂੰ ਹਿੱਸਾ ਮਿਲ ਜਾਣਾ। ਮੈਨੂੰ ਆਪਣੇ ਆਪ ਨੂੰ ਪੁਲਿਸ ਵਾਲਿਆਂ ਦੀ ਇੱਕ ਮੁਰਗੀ ਤਸੱਵਰ ਕਰਕੇ ਕਚਿਆਣ ਜੀ ਆਈ ਤੇ ਮੈਂ ਉਸ ਨੂੰ ਗੁੱਸੇ ਨਾਲ ਪੁੱਛਿਆ, ਜੇ ਭਲਾ ਮੁਰਗੀ ਨਾ ਫਸੇ ਤਾਂ ਫਿਰ? ਤਾਂ ਫਿਰ ਸਾਡਾ ਮਹਿਕਮਾ ਮੁਰਗੀ ਨੂੰ ਇੰਨਾ ਭਜਾਉਂਦਾ ਕਿ ਉਹ ਬੇਹਾਲ ਹੋ ਕੇ ਹਫ ਕੇ ਡਿੱਗ ਪੈਂਦੀ ਆ ਤੇ ਆਪ ਹੀ ਕਸਾਈ ਨੂੰ ਆਵਾਜ਼ਾਂ ਮਾਰਨ ਲੱਗ ਪੈਂਦੀ ਆ ਕਿ ਇਸ ਭੱਜ ਨੱਠ ਦੇ ਕਲਜਗਨ ਨਾਲੋਂ ਮੈਨੂੰ ਇੱਕ ਵਾਰ ਮਾਰ ਹੀ ਦਿਓ, ਫਿਰ ਮੈਂ ਕਿਸੇ ਦੀ ਥਾਲੀ ਦਾ ਸ਼ਿੰਗਾਰ ਤੇ ਮੂੰਹ ਦਾ ਸਵਾਦ ਤਾਂ ਬਣ ਸਕਾਂ। ਉਹ ਨਿਝੱਕ ਹੋ ਕੇ ਆਪਣੇ ਮਹਿਕਮੇ ਦੀ ਖਸਲਤ ਦੱਸਣ ਲੱਗ ਪਿਆ। ਉਹ ਸਾਨੂੰ ਇਹ ਗੱਲਾਂ ਇਸ ਹਿਸਾਬ ਨਾਲ ਦੱਸ ਰਿਹਾ ਸੀ ਕਿ ਸਾਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਸਾਨੂੰ ਡਰਾਉਣ ਲੱਗਾ ਹੋਇਆ ਹੈ ਜਾਂ ਫਿਰ ਤਰੀਕਾ ਸਮਝਾ ਰਿਹਾ ਹੈ। ਅਸੀਂ ਉਸ ਨੂੰ ਫਿਰ ਮਿਲਣ ਦਾ ਵਾਅਦਾ ਕਰਕੇ ਦਫ਼ਤਰ ਤੋਂ ਬਾਹਰ ਆ ਗਏ। ਅਸੀਂ ਦੋਵਾਂ ਭਰਾਵਾਂ ਨੇ ਸਲਾਹ ਕੀਤੀ ਕਿ ਪੁਲਿਸ ਵਾਲਿਆਂ ਦੀ ਮੁਰਗੀ ਬਣਨ ਨਾਲੋਂ ਤਾਂ ਇੱਕ ਬਾਜ਼ ਬਣ ਕੇ ਇਹਨਾਂ ਨਾਲ ਯੁੱਧ ਕਰਨਾ ਠੀਕ ਹੈ। ਕਿਸ਼ਤ 24ਵੀਂ। ਰੌਲੇ ਵਾਲੀ ਇਹ ਗੱਲ ਤਕਰੀਬਨ ਸਾਡੇ ਸਭ ਦੋਸਤਾਂ ਮਿੱਤਰਾਂ ਨੂੰ ਪਤਾ ਲੱਗ ਗਈ ਸੀ ਤੇ ਕਈ ਜਥੇਬੰਦੀਆਂ ਦੇ
ਆਗੂਆਂ ਨੇ ਗੁਪਤ ਰੂਪ ਵਿੱਚ ਸੱਚ ਝੂਠ ਦਾ ਨਿਤਾਰਾ ਕਰ ਲਿਆ ਸੀ। ਉਹਨਾਂ ਨੇ ਸਾਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਸੀ। ਅਗਲੇ ਦਿਨ ਅਸੀਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੇ ਇੱਕ ਵੱਡੇ ਵਫਦ ਨਾਲ ਉਸ DSP ਨੂੰ ਮਿਲਣ ਦਾ ਫੈਸਲਾ ਲਿਆ ਤਾਂ ਕਿ ਉਸ 'ਤੇ ਕੁਝ ਜਨਤਕ ਦਬਾਅ ਪੈ ਸਕੇ। ਅਸੀਂ ਸਾਰਾ ਟੱਬਰ ਤਾਂ ਪਹਿਲਾਂ ਹੀ ਸੱਚਾਈ ਦੀ ਜਿੱਤ ਦੀ ਉਡੀਕ ਵਿੱਚ ਸਾਂ ਤੇ ਸਵੇਰੇ 10 ਕੁ ਵਜੇ ਦਫ਼ਤਰ ਦੇ ਅੱਗੇ ਜਾ ਡੇਰੇ ਲਾਏ। DSP ਆਪਣੇ ਮਿੱਥੇ ਸਮੇਂ ਮੁਤਾਬਕ ਦਫ਼ਤਰ ਵਿੱਚ ਬੈਠ ਚੁੱਕਾ ਸੀ। ਅਸੀਂ ਸਾਰੀਆਂ ਜਥੇਬੰਦੀਆਂ ਅਤੇ ਉਹਨਾਂ ਦੇ ਨੁਮਾਇੰਦਿਆਂ ਦੇ ਨਾਮ ਦੀ ਸੂਚੀ ਲਿਖ ਕੇ ਉਸ ਦੇ ਅਰਦਲੀ ਨੂੰ ਫੜਾ ਦਿੱਤੀ ਸੀ। ਘੰਟਾ ਬੀਤ, 2 ਘੰਟੇ ਬੀਤ, 3 ਘੰਟੇ ਵੀ ਬੀਤ ਗਏ ਸਨ, ਪਰ ਸਾਡੇ ਵਫਦ ਨੂੰ ਮਿਲਣ ਦਾ ਸੱਦਾ ਨਾ ਆਇਆ। DSP ਦਫ਼ਤਰ ਵਿੱਚ ਤਾਂ ਬੈਠਾ ਸੀ, ਪਰ ਵਿੱਚੋਂ ਹੀ ਉੱਠ ਕੇ ਚਲਾ ਜਾਂਦਾ ਸੀ। ਜਦ ਅਸੀਂ ਅਰਦਲੀ ਨੂੰ ਪੁੱਛਦੇ ਤਾਂ ਉਹ ਆਖ ਦਿੰਦਾ, "ਸਾਹਿਬ ਆਰਾਮ ਕਰ ਰਹੇ ਆ, ਘੰਟੇ ਕੁ ਬਾਅਦ ਮਿਲਣਗੇ।" ਤਪਦੀ ਦੁਪਹਿਰ ਦੇ ਵਿੱਚ ਮੈਂ ਤੇ ਮੇਰੇ ਭਰਾ ਇਕੱਠੇ ਹੋਏ ਸਾਥੀਆਂ ਨੂੰ ਕਦੇ ਠੰਡਾ ਪਿਆਉਂਦੇ, ਕਦੇ ਸਕੰਜਵੀ ਲਿਆ ਕੇ ਦਿੰਦੇ ਤਾਂ ਕਿ ਕੋਈ ਉੱਠ ਕੇ ਚਲਾ ਨਾ ਜਾਵੇ ਤੇ ਸਾਡਾ ਇਕੱਠ ਘੱਟ ਨਾ ਜਾਪਣ ਲੱਗ ਪਵੇ। ਇੱਕ ਗੱਲ ਸਾਰੇ ਹੀ ਸੰਘਰਸ਼ੀਲ ਸਾਥੀਆਂ ਦੀ ਸਾਂਝੀ ਰਹੀ ਕਿ ਕੋਈ ਵੀ ਉਸ ਅਧਿਕਾਰੀ ਦੇ ਇਸ ਵਰਤਾਰੇ ਤੋਂ ਅੱਕਿਆ ਜਾਂ ਥੱਕਿਆ ਨਹੀਂ ਸੀ ਤੇ ਜਿੰਨੀ ਜ਼ਿਆਦਾ ਦੇਰ ਹੋ ਰਹੀ ਸੀ ਉਹ ਓਨਾ ਹੀ ਜ਼ਿਆਦਾ ਜੋਸ਼ ਵਿੱਚ ਆ ਰਹੇ ਸਨ। ਆਪਸੀ ਗੱਲਬਾਤ ਵਿੱਚ ਉਹ ਸਾਰੇ DSP ਦੇ ਇਸ ਮਾੜੇ ਵਿਹਾਰ ਦੀ ਨਿੰਦਾ ਵੀ ਕਰ ਰਹੇ ਸਨ। ਜਦ ਉਸ ਦਫ਼ਤਰ ਵਾਲਿਆਂ ਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਤਾਂ ਉੱਠਣ ਵਾਲੇ ਹੀ ਨਹੀਂ ਹਨ ਤਾਂ 3 ਕੁ ਵਜੇ ਦੇ ਕਰੀਬ ਅਰਦਲੀ ਨੇ ਸਾਨੂੰ ਆ ਕੇ ਆਖਿਆ, "ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਹੀ ਮਿਲਣਗੇ, ਬਸ 15 ਕੁ ਮਿੰਟ ਲੱਗਦੇ ਆ।" ਸਾਡੇ ਤੋਂ ਅਗੇਤਾ ਤਾਂ ਸਵੇਰ ਦਾ ਕੋਈ ਵੀ ਨਹੀਂ ਸੀ ਆਇਆ, ਪਰ ਸ਼ਾਇਦ ਅਫਸਰਸ਼ਾਹੀ ਦੁਆਰਾ ਕਿਸੇ ਨੂੰ ਖੱਜਲ ਖੁਆਰ ਕਰਨ ਦਾ ਇਹ ਵੀ ਇੱਕ ਅਨੋਖਾ ਤਰੀਕਾ ਸੀ ਜੋ ਮੈਂ ਕਿਤਾਬਾਂ ਵਿੱਚ ਤਾਂ ਪੜ੍ਹਿਆ ਸੀ, ਪਰ ਹੰਢਾਇਆ ਉਸ ਦਿਨ ਸੀ। ਕੁਝ ਦੇਰ ਬਾਅਦ ਸਾਨੂੰ ਸੱਦਾ ਆ ਗਿਆ ਤੇ ਅਸੀਂ ਅੰਦਰ ਚਲੇ ਗਏ। ਕਿਸ਼ਤ 25ਵੀਂ। DSP ਨੇ ਰੋਹਬ ਨਾਲ ਪੁੱਛਿਆ, "ਤੁਸੀਂ ਉਹ ਕੰਧ ਵਾਲੇ ਮਸਲੇ 'ਚ ਹੀ ਆਏ ਹੋ ਨਾ?" "ਹਾਂਜੀ," ਸਾਰਿਆਂ ਨੇ ਇੱਕ ਮੁੱਠ ਜਵਾਬ ਦਿੱਤਾ। "ਮੈਂ ਇੰਸਪੈਕਟਰ ਕੋਲੋਂ ਰਿਪੋਰਟ ਲੈ ਲਈ ਆ। ਇਹ ਬੰਦੇ ਹੀ ਗਲਤ ਨੇ, ਗਲੀ 'ਤੇ ਕਬਜ਼ਾ ਕਰਨ ਨੂੰ ਫਿਰਦੇ ਆ। ਲੋਕਾਂ ਨੇ ਤਾਂ ਰੌਲਾ ਪਾਉਣਾ ਹੀ ਹੋਇਆ।" DSP ਨੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਆਖਿਆ। ਮੈਂ ਵੀ ਤਪਿਆ ਹੋਇਆ ਸਾਂ ਤੇ ਮੈਂ ਆਖਿਆ, "ਗਲੀ 'ਤੇ ਕਬਜ਼ਾ ਨਹੀਂ ਸਰ, ਮੈਂ ਤਾਂ ਰਜਿਸਟਰੀ ਮੁਤਾਬਕ ਕੰਧ ਕਰ ਰਿਹਾ। ਤੁਹਾਡੇ ਮੁਲਾਜ਼ਮ ਨੇ ਧੱਕੇ ਨਾਲ ਨੀਂਹ ਬੰਦ ਕਰਵਾਤੀ ਤੇ ਫਿਰ ਰੈਂਪ ਵੀ ਨਹੀਂ ਬਣਾਉਣ ਦਿੱਤਾ। ਹੁਣ ਤਾਂ ਅਣਪਛਾਤਿਆਂ ਤੋਂ ਢਾਹ ਢਵਾਈ ਵੀ ਕਰਵਾ ਦਿੱਤੀ ਆ। ਸਾਨੂੰ ਖਤਰਾ ਬਣਿਆ ਹੋਇਆ, ਉਹ ਸਾਨੂੰ ਕੋਈ ਵੀ ਨੁਕਸਾਨ ਪਹੁੰਚਾ ਸਕਦੇ ਆ।" "ਤੁਸੀਂ ਮੁਲਾਜ਼ਮ ਬੰਦੇ ਹੋ, ਕਿਉਂ ਪੰਗੇ 'ਚ ਪੈਂਦੇ ਹੋ? ਐਵੇਂ ਕੋਈ ਕੇਸ ਦਰਜ ਹੋ ਗਿਆ ਤਾਂ ਕਚਹਿਰੀਆਂ ਵਿੱਚ ਜ਼ਮਾਨਤਾਂ ਲਈ ਧੱਕੇ ਖਾਂਦੇ ਫਿਰੋਂਗੇ।" DSP ਨੇ ਸਾਨੂੰ ਡਰਾਉਣਾ ਚਾਹਿਆ। "ਜਨਾਬ, ਜੇ ਮੁਲਾਜ਼ਮ ਬੰਦੇ ਆ ਤਾਂ ਤੁਸੀਂ ਉਹਨਾਂ ਦੇ ਹੱਕਾਂ ਦੀ ਰਾਖੀ ਕਰੋ। ਮੁਲਾਜ਼ਮ ਹੋਣ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਹਰ ਕੋਈ ਉਹਨਾਂ ਨੂੰ ਢਾਉਣ ਨੂੰ ਤੁਰਿਆ ਫਿਰੇ। ਇਹ ਕਿਹੜਾ ਕਾਨੂੰਨ ਹੈ ਕਿ ਤੁਸੀਂ ਆਮ ਬੰਦੇ ਨੂੰ ਕੇਸਾਂ ਦਾ ਡਰਾਵਾ ਦੇ ਕੇ ਉਹਨਾਂ ਦੇ ਬਣਦੇ ਹੱਕਾਂ ਤੋਂ ਵਾਂਝੇ ਕਰੀ ਜਾਓ।" ਸ਼ਿੰਦਰ ਸਿੰਘ ਉੱਚੀ ਦਿਨੇ ਬੋਲਿਆ। ਉਹ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਪ੍ਰਧਾਨ ਹੋਣ ਕਰਕੇ ਪੁਲਿਸ ਵਾਲਿਆਂ ਦੀਆਂ ਲੂੰਬੜ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। DSP ਤ੍ਰਭਕ ਗਿਆ ਸੀ ਤੇ ਬਚਾਅ ਦੇ ਅੰਦਾਜ਼ ਵਿੱਚ ਬੋਲਿਆ, "ਮੈਂ ਤਾਂ 57 ਕਰ ਸਕਦਾ।" ਉਹ ਕਰ ਦਿੰਦਾ। ਉਸ ਦੀ ਗੱਲ ਸੁਣ ਕੇ ਬਿਜਲੀ ਬੋਰਡ ਵਾਲਾ ਹੀਰਾ ਸਿੰਘ ਉੱਚੀ ਦਿਨੇ ਕੜਕਿਆ, "ਤੁਹਾਡੇ ਮੁਲਾਜ਼ਮ ਬੇਲਗਾਮ ਹੋਏ ਫਿਰਦੇ ਆ ਤੇ ਤੁਸੀਂ ਉਹਨਾਂ ਨੂੰ ਸੁਧਾਰਨਾ ਤਾਂ ਕੀ ਆ, ਉਲਟਾ ਸ਼ਹਿ ਦੇਈ ਜਾ ਰਹੇ ਹੋ।" "ਸਾਡੇ ਮੁਲਾਜ਼ਮ ਬੇਲਗਾਮ ਨਹੀਂ ਹੋਏ,
ਉਹ ਤਾਂ ਲੋਕਾਂ ਦੀ ਗੱਲ ਕਰਦੇ ਆ। ਜੇ ਲੋਕ ਨਹੀਂ ਚਾਹੁੰਦੇ ਤਾਂ ਇਹ ਨਾ ਵੜਨ ਉਸ ਜਗ੍ਹਾ ਨੂੰ। ਡੀਐਸਪੀ ਨੇ ਆਪਣੇ ਮੁਲਾਜ਼ਮਾਂ ਦਾ ਪੱਖ ਪੂਰਿਆ। ਮੈਂ ਡੀਐਸਪੀ ਨੂੰ ਆਖਿਆ, ਸਰ, ਕੱਲ੍ਹ ਨੂੰ ਤਾਂ ਲੋਕ ਚਾਹੁਣਗੇ ਕਿ ਮੈਂ ਘਰ ਵੀ ਢਾਹ ਦਿਆਂ ਕਿ ਉੱਥੇ ਉਹਨਾਂ ਨੇ ਕਾਰਾਂ ਖੜਾਉਣੀਆਂ ਨੇ, ਤਾਂ ਕੀ ਤੁਸੀਂ ਸਾਡਾ ਘਰ ਵੀ ਢਵਾ ਦਿਓਗੇ? ਯਾਰ, ਮੈਂ ਘਰ ਦੀ ਗੱਲ ਨਹੀਂ ਕਰਦਾ। ਤੂੰ ਗਲੀ ਨੂੰ ਕਿਉਂ ਨਜਾਇਜ਼ ਤੌਰ 'ਤੇ ਬਣ ਤੁਰਿਆ ਹੋਇਆ? ਡੀਐਸਪੀ ਮੈਨੂੰ ਆਖਣ ਲੱਗਾ। ਉਸ ਦੀ ਗੱਲ ਸੁਣ ਕੇ ਸ਼ਿੰਦਰ ਸਿੰਘ ਕੁਰਸੀ ਤੋਂ ਉੱਠਦੇ ਹੋਏ ਸਖਤ ਬੋਲਿਆ, ਜਨਾਬ, ਗੱਲ ਮੁਕਾਓ। ਆ ਬੈਠੇ ਆ ਤਿੰਨੇ ਮੁੰਡੇ। ਮੇਰਾ ਵਾਅਦਾ, ਜੇ ਗਲੀ ਵੜ ਰਹੇ ਆ ਤਾਂ ਤੁਸੀਂ ਇਹਨਾਂ 'ਤੇ ਕੇਸ ਦਰਜ ਕਰੋ। ਨਾ ਅਸੀਂ ਆਵਾਂਗੇ, ਨਾ ਇਹ ਜ਼ਮਾਨਤਾਂ ਕਰਾਉਣਗੇ। ਜੇ ਝੂਠੇ ਆ ਤਾਂ ਇਹਨਾਂ 'ਤੇ ਪਰਚਾ ਦਰਜ ਕਰ ਦਿਓ। ਹੁਣੇ ਹੀ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਓ, ਅਤੇ ਜੇ ਉਹ ਝੂਠੇ ਆ ਤਾਂ ਉਹਨਾਂ 'ਤੇ ਕੇਸ ਦਰਜ ਕਰੋ। ਉਸ ਦੇ ਨਾਲ ਹੀ ਸਾਰਾ ਵਫਦ ਉੱਠ ਖਲੋਤਾ। ਵਿੱਚੋਂ ਹੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਬਿਲਕੁਲ ਸਹੀ ਗੱਲ ਆ, ਗੱਲ ਤਾਂ ਕਿਸੇ ਪਾਸੇ ਨਹੀਂ ਲਾਉਂਦਾ, ਸਭ ਮਿਲੀ ਭੁਗਤ ਆ ਇਹਨਾਂ ਦੀ। ਡੀਐਸਪੀ ਥੋੜ੍ਹਾ ਜਿਹਾ ਠਠੰਬਰ ਗਿਆ ਸੀ ਅਤੇ ਉਸ ਨੇ ਹੱਥ ਦੇ ਇਸ਼ਾਰੇ ਨਾਲ ਸਭ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਬੋਲਿਆ, ਚਲੋ, ਮੈਂ ਕੱਲ੍ਹ ਮੌਕਾ ਵੇਖਣ ਆਵਾਂਗਾ। ਕੱਲ੍ਹ ਸ਼ਾਮ ਨੂੰ 7 ਕੁ ਵਜੇ ਦਾ ਪ੍ਰੋਗਰਾਮ ਰੱਖ ਲਓ। ਠੀਕ ਹੈ ਜੀ, ਅਸੀਂ ਉੱਥੇ ਹੋਵਾਂਗੇ। ਇੰਨਾ ਆਖ ਕੇ ਅਸੀਂ ਬਾਹਰ ਆ ਗਏ।